ਸਤਿ ਸ਼੍ਰੀ ਅਕਾਲ। ਲੋਕ ਰਣ ਦੇ ਖਾਸ ਪ੍ਰੋਗਰਾਮ ਸਿੱਧੇ ਸਵਾਲ ਦੇ ਵਿੱਚ ਤੁਹਾਡਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਨੇ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ। ਭੀਮਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਭੰਗੂ ਸਾਹਿਬ। ਡਾਕਟਰ ਸਾਹਿਬ, ਕਿਸਾਨ ਸੰਯੁਕਤ ਮੋਰਚੇ ਨੇ ਨਵੇਂ ਐਲਾਨ ਕੀਤੇ ਨੇ। 26 ਅਕਤੂਬਰ ਨੂੰ ਵੱਡੀ ਕਿਸਾਨ ਮਹਾਪੰਚਾਇਤ ਹੋਣੀ ਹੈ। 18 ਅਕਤੂਬਰ ਦਾ ਦਿਨ ਹੈ ਜੋ ਰੇਲਾਂ ਰੋਕੀਆਂ ਜਾਣਗੀਆਂ ਤੇ 12 ਅਕਤੂਬਰ ਦੇ ਦਿਨ ਜੋ ਕਿਸਾਨ ਸ਼ਹੀਦ ਹੋ ਗਏ ਉਹਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਦੁਸ਼ਹਿਰੇ ਦਾ ਦਿਨ ਹੈ ਜੋ ਦੁਸ਼ਹਿਰੇ ਦੇ ਦਿਨ ਦੇਸ਼ ਦੇ ਪ੍ਰਾਈਮ ਮਿਨਿਸਟਰ ਯਾਨੀ ਕਿ ਪ੍ਰਧਾਨ ਮੰਤਰੀ ਦੇਸ਼ ਦੇ ਤੇ ਗ੍ਰਹਿ ਮੰਤਰੀ ਦਾ ਪੁਤਲਾ ਫੂਕਿਆ ਜਾਊਗਾ ਰਾਵਣ ਦੀ ਥਾਂ। ਨਵੇਂ ਸੰਯੁਕਤ ਕਿਸਾਨ ਮੋਰਚੇ ਨੇ ਕਾਲਾਂ ਦਿੱਤੀਆਂ ਨੇ ਕਿਉਂਕਿ ਜੋ ਲਖੀਮਪੁਰ ਦੇ ਵਿੱਚ ਵਾਪਰਿਆ, ਜੋ ਘਟਨਾਵਾਂ ਲਖੀਮਪੁਰ ਦੇ ਵਿੱਚ ਵਾਪਰੀਆਂ ਉਹ ਸਭ ਆਪਣੇ ਸਾਹਮਣੇ ਨੇ। ਉਸ ਤੋਂ ਬਾਅਦ ਕਿਸਾਨ ਮੋਰਚੇ ਨੇ ਜੀ ਵੱਡੇ ਐਲਾਨ ਕੀਤੇ ਨੇ। ਕੀ ਵਿਚਾਰ ਰੱਖਦੇ ਹੋ ਇਸ ਪੂਰੇ ਪ੍ਰੋਗਰਾਮ ਦੇ ਉੱਤੇ? ਭੰਗੂ ਸਾਹਿਬ, ਜਿਹੜਾ ਇਹ ਕਿਹਾ ਜਾਂਦਾ ਸੀ ਨਾ ਬੀਜੇਪੀ ਦੇ ਦੁਆਰਾ ਕਿ ਇਹਦਾ ਸਿਰਫ ਕਦੇ ਪੰਜਾਬ ਤੱਕ ਸੀਮਤ ਹੈ, ਕਦੇ ਇਹਨਾਂ ਨੂੰ ਖਾਲਿਸਤਾਨੀ ਕਿਹਾ ਗਿਆ, ਕਦੇ ਇਹਨਾਂ ਨੂੰ ਕਿਹਾ ਗਿਆ ਕਿ ਤਾਂ ਨਕਸਲਾਈਟ ਨੇ, ਕਦੇ ਇਹਨੂੰ ਕਿਹਾ ਗਿਆ ਮੋਰਚੇ ਨੂੰ ਕਿ ਸਿਰਫ ਪੰਜਾਬ ਤੇ ਹਰਿਆਣੇ ਤੱਕ ਸੀਮਤ ਹੋ ਗਿਆ, ਫਿਰ ਇਹਨੂੰ ਉੱਤਰਾਖੰਡ ਤੱਕ ਸੀਮਤ ਕੀਤਾ ਗਿਆ। ਯਾਨੀ ਕਿ ਇਹਨੂੰ ਬਹੁਤ ਘਟਾ ਕੇ ਵੇਖਣ ਦੀ ਕੋਸ਼ਿਸ਼ ਕੀਤੀ ਗਈ। ਪਰ ਇਸ ਵੇਲੇ ਕੀ ਹੋ ਰਿਹਾ? ਇਸ ਵੇਲੇ ਅਸੀਂ ਦੇਖ ਰਹੇ ਹਾਂ ਕਿ ਪੂਰੇ ਭਾਰਤ ਦੇ ਵਿੱਚ ਇਸ ਮੋਰਚੇ ਦੇ ਬਾਰੇ ਗੱਲਾਂ ਹੋ ਰਹੀਆਂ ਨੇ, ਇਹਦੇ ਚਰਚੇ ਹੋ ਰਹੇ ਨੇ। ਪੂਰੇ ਭਾਰਤ ਤੋਂ ਲੋਕ ਜਿਹੜੇ ਨੇ ਜੁੜ ਰਹੇ ਨੇ ਔਰ ਕੱਲੇ ਕਿਸਾਨ ਨਹੀਂ, ਹੁਣ ਮੈਨੂੰ ਲੱਗਦਾ ਕਿ ਇਸ ਵੇਲੇ ਹਰ ਵਰਗ, ਚਾਹੇ ਉਹ ਕਿਸਾਨ ਹੈ, ਚਾਹੇ ਮਜ਼ਦੂਰ ਹੈ, ਚਾਹੇ ਆੜਤੀਆ ਹੈ, ਚਾਹੇ ਵਪਾਰੀ ਹੈ, ਚਾਹੇ ਦੁਕਾਨਦਾਰ ਹੈ, ਚਾਹੇ ਬੁੱਧੀਜੀਵੀ ਹੈ, ਚਾਹੇ ਗਾਇਕ ਹੈ, ਚਾਹੇ ਸਿੰਗਰ ਹੈ, ਗੀਤਕਾਰ ਹੈ, ਹਰ ਤਰ੍ਹਾਂ ਦੇ ਲੋਕ ਜਿਹੜੇ ਨੇ ਇਸ ਮੋਰਚੇ ਨਾਲ ਜਿਹੜੇ ਨੇ ਜੁੜ ਰਹੇ ਨੇ। ਔਰ ਤੁਸੀਂ ਦੇਖਿਆ ਹੋਵੇਗਾ ਕਿ ਲਖੀਮਪੁਰ ਵਾਲੀ ਘਟਨਾ ਤੋਂ ਬਾਅਦ ਤਾਂ ਇਹ ਮੋਰਚਾ ਇੱਕਦਮ ਬਹੁਤ ਵੱਡੇ ਪੱਧਰ ਤੇ ਪਹੁੰਚ ਚੁੱਕਿਆ ਹੈ। ਔਰ ਇਸ ਮੋਰਚੇ ਕਰਕੇ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਗੁਨਾਹਗਾਰ ਸੀਗੇ ਉਹਨਾਂ ਨੂੰ ਥਾਣਿਆਂ ਦੇ ਵਿੱਚ ਆਉਣਾ ਪਿਆ, ਉਹਨਾਂ ਨੂੰ ਪੁੱਛਗਿੱਛ ਲਈ ਆਉਣਾ ਪਿਆ ਔਰ ਅਖੀਰ ਨੂੰ ਉਹਨਾਂ ਨੂੰ ਹਾਜ਼ਰ ਹੋ ਕੇ ਆਪਣਾ ਖਹਿੜਾ ਛਡਾਉਣਾ ਪਿਆ। ਯਾਨੀ ਕਿ ਇਹਦਾ ਮਤਲਬ ਹੈ ਕਿ ਏਡਾ ਵੱਡਾ ਇਸ ਵੇਲੇ ਪ੍ਰਭਾਵ ਰੱਖਦਾ ਹੈ ਕਿ ਬੀਜੇਪੀ ਦੀਆਂ ਚੂੜਾਂ ਹਿੱਲ ਚੁੱਕੀਆਂ ਨੇ। ਬੀਜੇਪੀ ਨੂੰ ਲੱਗਦਾ ਹੈ ਕਿ ਅਸੀਂ ਯੂਪੀ ਦੇ ਵਿੱਚ ਵੀ ਖਤਮ ਹੋ ਸਕਦੇ ਹਾਂ, ਅਸੀਂ ਉੱਤਰਾਖੰਡ ਦੇ ਵਿੱਚ ਵੀ ਖਤਮ ਹੋ ਸਕਦੇ ਹਾਂ, ਅਸੀਂ ਹਰਿਆਣੇ ਦੇ ਵਿੱਚ ਵੀ ਖਤਮ ਹੋ ਸਕਦੇ ਹਾਂ। ਔਰ ਹਰਿਆਣੇ ਦੇ ਵਿੱਚ ਤੁਸੀਂ ਆਪਾਂ ਸਾਰੇ ਜਾਣਦੇ ਹਾਂ ਕਿ ਹਰਿਆਣੇ ਦੇ ਮੁੱਖ ਮੰਤਰੀ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸੀਗਾ ਕਿ ਡਾਂਗਾ ਚੱਕ ਲਓ ਔਰ ਕਿਸਾਨਾਂ ਦੇ ਨਾਲ ਮੁਕਾਬਲਾ ਕਰੋ, ਕਿਸਾਨਾਂ ਨੂੰ ਕੁੱਟੋ ਮਾਰੋ, ਜੈਸੇ ਨੂੰ ਤੈਸਾ ਕਰੋ, ਉਹਨਾਂ ਨੂੰ ਆਪਣਾ ਬਿਆਨ ਵੀ ਜਿਹੜਾ ਹੈਗਾ ਵਾਪਸ ਲੈਣਾ ਪਿਆ ਜਦੋਂ ਉਹਨਾਂ ਨੂੰ ਲੱਗਿਆ ਕਿ ਇਹਦਾ ਇੰਨਾ ਵਿਰੋਧ ਹੋ ਰਿਹਾ ਇੰਨਾ। ਹੁਣ ਯਾਨੀ ਕਿ ਕਹਿਣ ਦਾ ਮਤਲਬ ਇਹੀ ਹੈ ਕਿ ਬੀਜੇਪੀ ਚਾਰੇ ਪਾਸਿਆਂ ਤੋਂ ਘਿਰ ਚੁੱਕੀ ਹੈ। ਜਿਸ ਕਿਸਮ ਦੇ ਨਾਲ ਸੰਗੂਰ ਦੇ ਵਿੱਚ, ਬੰਗਾਲ ਦੇ ਵਿੱਚ ਲੈਫਟ ਦੀ ਸਰਕਾਰ ਗਈ ਸੀਗੀ ਔਰ ਅੱਜ ਤੱਕ ਉਹਦੇ ਪੈਰ ਨਹੀਂ ਲੱਗੇ, ਇਹੀ ਹਾਲ ਇਸ ਵੇਲੇ ਬੀਜੇਪੀ ਦਾ ਨਜ਼ਰ ਆ ਰਿਹਾ ਹੈ। ਬੀਜੇਪੀ ਨੇ ਲਖਮੀਰਪੁਰ ਘਟਨਾ ਤੋਂ ਬਾਅਦ ਉਹ ਬਿਲਕੁਲ ਫਸ ਚੁੱਕੀ ਹੈ ਔਰ ਉਹਨੂੰ ਇਹੀ ਲੱਗਦਾ ਹੈ ਕਿ ਜੇ 22 ਦੇ ਵਿੱਚੋਂ ਯੂਪੀ ਦੇ ਵਿੱਚ ਉਹਨਾਂ ਦਾ ਸੁਪੜਾ ਸਾਫ਼ ਹੋ ਗਿਆ ਔਰ ਉੱਤਰਾਖੰਡ ਦੇ ਵਿੱਚ ਹੋ ਗਿਆ ਤਾਂ ਲਾਜ਼ਮੀ ਤੌਰ ਤੇ 24 ਦੇ ਵਿੱਚ ਤੁਸੀਂ ਦੇਖੋਗੇ ਕਿ ਬੀਜੇਪੀ ਜਿਹੜੀ ਹੈਗੀ ਆ ਉਹਦਾ ਸਫਾਇਆ ਹੋਣ ਦੀਆਂ ਪੂਰੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਸੋ ਇਹੀ ਕਾਰਨ ਹੈ ਕਿ ਕਿਸਾਨਾਂ ਨੇ ਜਿਹੜੇ ਨਵੇਂ ਅਗਲੇ ਪ੍ਰੋਗਰਾਮ ਦਿੱਤੇ ਨੇ, ਲੋਕਾਂ ਦੇ ਵਿੱਚ ਇਹਨਾਂ ਪ੍ਰੋਗਰਾਮਾਂ ਨੂੰ, ਖਾਸ ਤੌਰ ਤੇ ਕਿਸਾਨਾਂ ਦੇ ਵਿੱਚ ਇਹਨਾਂ ਪ੍ਰੋਗਰਾਮਾਂ ਨੂੰ ਸਫਲ ਕਰਨ ਦਾ ਪੂਰਾ ਉਤਸ਼ਾਹ ਹੈ। ਔਰ ਸਾਨੂੰ ਪੂਰੀ ਉਮੀਦ ਹੈ ਕਿ ਜਿਹੜੇ ਵੀ ਪ੍ਰੋਗਰਾਮ ਵੱਖ-ਵੱਖ, ਚਾਹੇ ਉਹ ਕੋਈ ਵੀ ਪ੍ਰੋਗਰਾਮ ਦਿੱਤਾ ਹੋਵੇ, ਚਾਹੇ 18 ਵਾਲਾ ਦਿੱਤਾ ਹੋਵੇ, ਚਾਹੇ ਦੁਸ਼ਹਿਰੇ ਦੇ ਵਿੱਚ, ਆਪਾਂ ਨੂੰ ਵੀ ਪਤਾ ਹੈ ਕਿ ਪਿਛਲੇ ਸਾਲ ਦੁਸ਼ਹਿਰੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬੀਜੇਪੀ ਦੇ ਜਿਹੜੇ ਵੱਡੇ ਲੀਡਰ ਨੇ, ਮੋਦੀ ਸਾਹਿਬ ਔਰ ਅਮਿਤ ਸ਼ਾਹ ਵਰਗੇ ਜਿਹੜੇ ਲੀਡਰ ਨੇ, ਉਹਨਾਂ ਦੇ ਪੁਤਲੇ ਬਣਾ ਕੇ ਸਾੜੇ ਗਏ ਸੀਗੇ ਔਰ ਉਸ ਮੁਹਿੰਮ ਨੂੰ ਬਹੁਤ ਵੱਡਾ ਉਤਸ਼ਾਹ ਮਿਲਿਆ ਸੀਗਾ। ਸੋ ਹੁਣ ਉਸ ਵੇਲੇ ਇਕੱਲੇ ਪੰਜਾਬ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਸੀਗੀਆਂ। ਹੁਣ ਪੂਰੀ ਉਮੀਦ ਹੈ ਕਿ ਪੂਰੇ ਭਾਰਤ ਦੇ ਵਿੱਚ ਇਹ ਜਿਹੜਾ ਹੈਗਾ ਦੁਸ਼ਹਿਰੇ ਵਾਲੇ ਦਿਨ ਇਹ ਸਾਰਿਆਂ ਦੇ ਪੁਤਲੇ ਜਿਹੜੇ ਨੇ ਫੂਕੇ ਜਾਣਗੇ। ਸੋ ਬਹੁਤ ਉਤਸ਼ਾਹ ਹੈ ਪੰਜਾਬ ਦੇ ਲੋਕਾਂ ਦੇ ਵਿੱਚ, ਭਾਰਤ ਦੇ ਲੋਕਾਂ ਦੇ ਵਿੱਚ ਕਿ ਇਹਨਾਂ ਜਿੰਨੇ ਪ੍ਰੋਗਰਾਮ ਦੇ ਰਹੇ ਨੇ ਓਡੇ ਵੱਡਾ ਜਿਹੜਾ ਹੈਗਾ ਉਤਸ਼ਾਹ ਲੋਕਾਂ ਦੇ ਵਿੱਚ ਨਜ਼ਰ ਆ ਰਿਹਾ ਹੈ। ਔਰ ਖਾਸ ਤੌਰ ਤੇ 12 ਵਾਲਾ ਦਿਨ ਬਹੁਤ ਮਹੱਤਵਪੂਰਨ ਹੋਏਗਾ ਕਿਉਂਕਿ 12 ਤਰੀਕ ਨੂੰ ਲਖੀਮਪੁਰ ਦੇ ਵਿੱਚ ਜੋ ਸਾਡੇ ਕਿਸਾਨ ਜਾਂ ਪੱਤਰਕਾਰ ਜਿਹੜੇ ਸੀਗੇ ਉਹ ਸ਼ਹੀਦ ਹੋਏ ਸੀਗੇ, ਉਹਨਾਂ ਦਾ ਭੋਗ ਪਾਇਆ ਜਾਏਗਾ ਔਰ ਉਸ ਦਿਨ ਪੂਰਾ ਵੱਡਾ ਇਕੱਠ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਔਰ ਪੂਰੇ ਮੈਨੂੰ ਲੱਗਦਾ ਹੈ ਕਿ ਭਾਰਤ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਹਰ ਘਰ ਦੇ ਵਿੱਚ ਉਸ ਦਿਨ 5 ਮੋਮਬੱਤੀਆਂ ਨੂੰ ਜਿਹੜਾ ਹੈਗਾ ਉਹਦਾ ਚਾਨਣਾ ਕੀਤਾ ਜਾਏ
ਤਾਂ ਕਿ ਅਸੀਂ ਸੱਚੀ ਸ਼ਰਧਾਂਜਲੀ ਉਹਨਾਂ ਸ਼ਹੀਦਾਂ ਨੂੰ ਦੇ ਸਕੀਏ। ਸੋ ਬਹੁਤ ਵੱਡੀ ਗੱਲ ਹੈ ਕਿ ਅੱਜ ਅਸੀਂ ਪੂਰੇ ਭਾਰਤ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਜੋ ਪ੍ਰੋਗਰਾਮ ਦਿੱਤੇ ਗਏ ਨੇ ਉਹਨਾਂ ਨੂੰ ਉਤਸ਼ਾਹ ਦੇ ਨਾਲ ਮਨਾਇਆ ਜਾਵੇਗਾ। ਇਹੀ ਮੈਨੂੰ ਲੱਗਦਾ ਕਿ ਇਸ ਵੇਲੇ ਸਮੇਂ ਦੀ ਲੋੜ ਹੈ ਪੰਗੂ ਸਾਹਿਬ। ਡਾਕਟਰ ਸਾਹਿਬ, ਕਿਸਾਨੀ ਅੰਦੋਲਨ ਦੇ ਰੋਹ ਦੇ ਅੱਗੇ ਅੱਜ ਬੀਜੇਪੀ ਕਿੱਥੇ ਕੁ ਖੜੀ ਹੈ? ਪੰਗੂ ਸਾਹਿਬ ਦੇਖੋ, ਜਿਵੇਂ ਮੈਂ ਪਹਿਲਾਂ ਕਿਹਾ ਕਿ ਬੀਜੇਪੀ ਬਿਲਕੁਲ ਬੈਕ ਫੁੱਟ ਤੇ ਚਲੀ ਗਈ ਹੈ। ਇਹ ਕਿੱਥੋਂ ਪਤਾ ਲੱਗਦਾ ਹੈ? ਇਹ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਯੂਪੀ ਦੇ ਵਿੱਚ ਕਿਸੇ ਵੇਲੇ ਉਹ ਇਹ ਕਹਿੰਦੀ ਸੀ ਕਿ ਜਿਹੜੀ ਲਖੀਮਪੁਰ ਦੀ ਘਟਨਾ ਹੈ ਇਹਦੇ ਵਿੱਚ ਬੀਜੇਪੀ ਵਾਲੇ ਦੋਸ਼ੀ ਨਹੀਂ, ਸਗੋਂ ਕਿਸਾਨ ਦੋਸ਼ੀ ਨੇ। ਉਹਨਾਂ ਨੇ ਪਹਿਲਾਂ ਸ਼ੁਰੂ ਦੇ ਵਿੱਚ ਵੀਡੀਓ ਵੀ ਵਾਇਰਲ ਕੀਤੀਆਂ, ਔਰ ਹੋਇਆ ਕਿ ਅਖੀਰ ਨੂੰ ਆਪਾਂ ਨੂੰ ਪਤਾ ਹੈ ਕਿ ਸੁਪਰੀਮ ਕੋਰਟ ਨੇ ਬੀਜੇਪੀ ਸਰਕਾਰ ਨੂੰ ਝਾੜਾਂ ਪਾਈਆਂ। ਲੋਕਾਂ ਵੱਲੋਂ ਬਹੁਤ ਵੱਡਾ ਉਤਸ਼ਾਹ ਜਿਹੜਾ ਹੈਗਾ ਦਿਖਾਇਆ ਗਿਆ, ਔਰ ਵੱਖ-ਵੱਖ ਪਾਰਟੀਆਂ ਜਿਹਦੇ ਵਿੱਚ ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ ਜਾਂ ਹੋਰ ਪੂਰੇ ਭਾਰਤ ਦੀਆਂ ਜਿਹੜੀਆਂ ਪਾਰਟੀਆਂ ਨੇ, ਪੋਲੀਟੀਕਲ ਪਾਰਟੀਆਂ, ਉਹਨਾਂ ਨੇ ਸ਼ਿਰਕਤ ਕੀਤੀ ਉੱਥੇ ਜਾ ਕੇ, ਔਰ ਕਿਸਾਨ ਜਥੇਬੰਦੀਆਂ ਦੇ ਲੋਕਾਂ ਨੇ ਸ਼ਿਰਕਤ ਕੀਤੀ। ਕਹਿਣ ਦਾ ਮਤਲਬ ਹੈ ਕਿ ਇਹ ਸਾਰੀਆਂ ਦਾ ਪ੍ਰਭਾਵ ਤੁਸੀਂ ਦੇਖੋਗੇ ਕਿ ਬੀਜੇਪੀ ਚਾਰੇ ਪਾਸਿਓਂ ਘਿਰਦੀ ਨਜ਼ਰ ਆ ਰਹੀ ਹੈ ਔਰ ਅਖੀਰ ਨੂੰ ਬੈਕਫੁੱਟ ਤੇ ਜਾ ਰਹੀ ਹੈ। ਔਰ ਹੌਲੀ ਹੌਲੀ ਕੀ ਹੋਏਗਾ ਕਿ ਕਿਉਂਕਿ ਹਜੇ 4-5 ਮਹੀਨੇ ਪਏ ਨੇ ਇਲੈਕਸ਼ਨਾਂ ਦੇ ਵਿੱਚ, ਇਹਨਾਂ 4-5 ਮਹੀਨਿਆਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਬੀਜੇਪੀ ਦਾ ਹੋਣ ਵਾਲਾ ਹੈ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੀਜੇਪੀ ਦਾ ਸਫਾਇਆ ਪੂਰੇ ਭਾਰਤ ਦੇ ਵਿੱਚੋਂ ਵੀ ਹੋ ਸਕਦਾ ਹੈ, ਕਿਉਂਕਿ ਆਪਾਂ ਪਹਿਲਾਂ ਕਿਹਾ ਸੀਗਾ ਕਿ ਸ਼ੁਰੂ ਦੇ ਵਿੱਚ ਜਦੋਂ 1 ਸਾਲ ਪਹਿਲਾਂ ਸ਼ੁਰੂ ਹੋਇਆ ਸੀਗਾ ਇਹ ਕਿਸਾਨ ਅੰਦੋਲਨ, ਤਾਂ ਉਸ ਵੇਲੇ ਬਹੁਤ ਜ਼ੋਰ ਨਾਲ ਆਪਾਂ ਕਹਿੰਦੇ ਰਹੇ ਹਾਂ ਕਿ ਭਾਈ ਬੀਜੇਪੀ ਨੂੰ ਸੰਭਲਣਾ ਚਾਹੀਦਾ ਹੈ। ਬੀਜੇਪੀ ਨੂੰ ਕਿਸਾਨਾਂ ਦੇ ਜਿਹੜੇ ਇਹ 3 ਕਾਲੇ ਕਾਨੂੰਨ ਉਹਨਾਂ ਨੇ ਲਾਗੂ ਕੀਤੇ ਨੇ ਉਹਨਾਂ ਦੇ ਖਿਲਾਫ, ਔਰ MSP ਵਾਲਾ ਨਵਾਂ ਕਾਨੂੰਨ ਉਹਨਾਂ ਨੂੰ ਲਿਆਉਣਾ ਚਾਹੀਦਾ ਹੈ। ਔਰ ਇਸ ਕਰਕੇ ਉਸ ਵੇਲੇ ਨਹੀਂ ਸਮਝੀ ਬੀਜੇਪੀ, ਤਾਂ ਅਖੀਰ ਨੂੰ ਨਤੀਜਾ ਕੀ ਨਿਕਲਿਆ? ਨਤੀਜਾ ਇਹੀ ਨਿਕਲ ਰਿਹਾ ਕਿ ਜਿੱਥੇ ਜਿੱਥੇ ਹੁਣ ਚੋਣਾਂ ਹੋ ਰਹੀਆਂ ਨੇ, ਤੁਸੀਂ ਪਿਛਲੇ ਦਿਨਾਂ ਦੇ ਵਿੱਚ ਬੰਗਾਲ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਬੰਗਾਲ ਦੇ ਵਿੱਚ ਵੀ ਬੀਜੇਪੀ ਇਹੀ ਕਹਿੰਦੀ ਸੀ ਕਿ ਅਸੀਂ ਤਾਂ ਇੱਥੇ ਸੱਤਾ ਕਾਇਮ ਕਰਾਂਗੇ, ਪਰ ਹੋਇਆ ਕੀ ਹੋਇਆ? ਬਿਲਕੁਲ ਉਲਟ, ਔਰ ਸਿਰਫ 70 ਸੀਟਾਂ ਤੇ ਉਹ ਸਿਮਟ ਕੇ ਰਹਿ ਗਈ। ਸੋ ਕਹਿਣ ਦਾ ਮਤਲਬ ਹੈ ਕਿ ਇਹੀ ਜਿਹੜੀ ਹੈਗੀ ਹੈ, ਇਹੀ ਨਤੀਜਾ ਤੁਸੀਂ ਦੇਖੋਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਯੂਪੀ 'ਚ ਤੁਹਾਨੂੰ ਮਿਲੇਗਾ, ਉੱਤਰਾਖੰਡ ਦੇ ਵਿੱਚ ਮਿਲੇਗਾ, ਪੰਜਾਬ ਦੇ ਵਿੱਚ ਤਾਂ ਆਪਾਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ 117 ਦੀਆਂ 117 ਸੀਟਾਂ ਦੇ ਉੱਤੇ ਉਹਨਾਂ ਦੀਆਂ ਜ਼ਮਾਨਤਾਂ ਹੀ ਜ਼ਬਤ ਹੋ ਜਾਣ। ਹੋ ਸਕਦਾ ਇੱਥੋਂ ਤੱਕ ਵੀ ਹੋ ਸਕਦਾ ਕਿ ਉਹਨਾਂ ਨੂੰ 117 ਉਮੀਦਵਾਰ ਵੀ ਨਾ ਲੱਭਣ। ਸੋ ਇਸ ਵੇਲੇ ਉਮੀਦ ਇਹੀ ਕੀਤੀ ਜਾ ਰਹੀ ਹੈ ਕਿ ਬੀਜੇਪੀ ਜਿਹੜੀ ਹੈਗੀ ਹੈ ਬਹੁਤ ਬੈਕਫੁੱਟ ਤੇ ਚਲੀ ਗਈ ਹੈ, ਔਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਉਂ-ਜਿਉਂ ਇਹ ਸੰਘਰਸ਼ ਹੋਰ ਤਿੱਖਾ ਹੋਏਗਾ, ਲੋਕਾਂ ਦੇ ਵਿੱਚ ਰੋਸ ਵਧੇਗਾ ਬੀਜੇਪੀ ਦੇ ਖਿਲਾਫ, ਤਿਉਂ-ਤਿਉਂ ਤੁਸੀਂ ਦੇਖੋਗੇ ਕਿ ਬੀਜੇਪੀ ਦਾ ਜਿਹੜਾ ਭਵਿੱਖ ਹੈ ਉਹ ਬਹੁਤ ਹੀ ਜਿਹੜਾ ਹੈਗਾ ਉਹਦੇ ਉੱਤੇ ਸਵਾਲੀਆ ਚਿੰਨ੍ਹ ਲੱਗ ਸਕਦੇ ਨੇ ਪੰਗੂ ਸਾਹਿਬ। ਡਾਕਟਰ ਸਾਹਿਬ, ਜੋ ਲਖੀਮਪੁਰ ਦੇ ਵਿੱਚ ਵਾਪਰਿਆ ਬੇਹੱਦ ਨਿੰਦਣਯੋਗ ਹੈ। ਹਰ ਇੱਕ ਦੇ ਦਿਲ ਝੰਜੋੜੇ ਗਏ, ਹਰ ਇੱਕ ਦੇ ਮਨ ਉਦਾਸ ਹੈ ਕਿ ਯਾਰ ਸਾਡੀਆਂ ਚੁਣੀਆਂ ਹੋਈਆਂ ਸਰਕਾਰਾਂ, ਲੋਕਾਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਅੱਜ ਲੋਕਾਂ ਨਾਲ ਜਿਹੜੇ ਵਰਤਾਰੇ ਨੇ ਉਹ ਕੀ ਵਰਤਾ ਰਹੀਆਂ ਨੇ। ਜੋ ਕਿਸਾਨੀ ਅੰਦੋਲਨ ਦੇ ਵਿੱਚ ਰੋਸ ਹੈ ਇਸ ਘਟਨਾ ਤੋਂ ਬਾਅਦ, ਜੋ ਕਿਸਾਨੀ ਅੰਦੋਲਨ ਦੀ ਮਾਨਸਿਕ ਸਥਿਤੀ ਹੈ ਇਸ ਪੂਰੇ ਵਰਤਾਰੇ ਤੋਂ ਬਾਅਦ, ਇਸ ਪੂਰੇ ਬਿਰਤਾਂਤ ਤੋਂ ਬਾਅਦ, ਤੁਹਾਨੂੰ ਕੀ ਲੱਗਦਾ ਕਿ ਕਿਸਾਨੀ ਅੰਦੋਲਨ ਹੁਣ ਕਿਸ ਪੜਾਅ ਪੜਾਅ ਅੱਗੇ ਵਧੂਗਾ? ਪੰਗੂ ਸਾਹਿਬ, ਇਹ ਪੜਾਅ ਪੜਾਅ ਬਿਲਕੁਲ ਪੀਕ ਵੱਲ ਜਾ ਰਿਹਾ, ਆਪਣੇ ਸਿਖਰ ਵੱਲ ਜਾ ਰਿਹਾ। ਹੌਲੀ ਹੌਲੀ ਤੁਸੀਂ ਦੇਖੋਗੇ ਕਿ ਜਿਵੇਂ ਆਪਾਂ ਸ਼ੁਰੂ 'ਚ ਕਿਹਾ ਸੀਗਾ ਕਿ ਪੰਜਾਬ 'ਚੋਂ ਸ਼ੁਰੂ ਹੋ ਕੇ ਹੌਲੀ ਹੌਲੀ ਹਰਿਆਣੇ 'ਚ ਵਧਿਆ, ਹਰਿਆਣੇ 'ਚ ਯੂਪੀ 'ਚ ਗਿਆ, ਯੂਪੀ ਤੋਂ ਉੱਤਰਾਖੰਡ 'ਚ ਗਿਆ, ਉੱਤਰਾਖੰਡ ਤੋਂ ਰਾਜਸਥਾਨ 'ਚ ਗਿਆ, ਰਾਜਸਥਾਨ ਤੋਂ ਫਿਰ ਸਾਊਥ ਵੱਲ ਗਿਆ, ਤਾਮਿਲਨਾਡੂ ਤੱਕ ਗਿਆ, ਤੇ ਹੌਲੀ ਹੌਲੀ ਇਹ ਪੂਰੇ ਭਾਰਤ ਦੇ ਵਿੱਚ ਫੈਲਿਆ। ਸਿਰਫ ਭਾਰਤ ਤੱਕ ਹੀ ਸੀਮਿਤ ਨਹੀਂ ਰਿਹਾ, ਸਗੋਂ ਪੂਰੀ ਦੁਨੀਆ ਦੇ ਵਿੱਚ, ਯੂਰਪ ਦੇ ਵਿੱਚ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਜਿੱਥੇ ਵੀ ਪੰਜਾਬੀ ਵਸਦੇ ਨੇ, ਜਿੱਥੇ ਵੀ ਭਾਰਤੀ ਵਸਦੇ ਨੇ, ਔਰ ਉੱਥੇ ਜਾ ਕੇ ਜਿਹੜੀ ਹੈਗੇ ਇਹਦੇ ਜਿਹੜੇ ਨੇ ਇਸ ਵੇਲੇ ਪੈਰ ਲੱਗ ਚੁੱਕੇ ਨੇ। ਸੋ ਇਸ ਕਰਕੇ ਇਸ ਅੰਦੋਲਨ ਨੂੰ ਮੈਨੂੰ ਲੱਗਦਾ ਹੈ ਕਿ ਇੱਕ ਇਤਿਹਾਸਕ ਅੰਦੋਲਨ ਕਿਹਾ ਜਾ ਸਕਦਾ ਹੈ, ਹਿਸਟੋਰੀਕਲ ਅੰਦੋਲਨ ਕਿਹਾ ਜਾ ਸਕਦਾ ਹੈ। ਇਸ ਅੰਦੋਲਨ ਨੇ ਵੱਡੀ ਤੋਂ ਵੱਡੀ, ਜਿਹਨੂੰ ਕਿਹਾ ਜਾਂਦਾ ਸੀਗਾ ਕਿ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਇਸ ਵੇਲੇ ਕਿਹੜੀ ਹੈ, ਉਹ ਬੀਜੇਪੀ ਹੈ। ਔਰ ਬੀਜੇਪੀ ਆਪਣੇ ਆਪ ਨੂੰ ਇੰਨਾ ਹੰਕਾਰੀ ਸਮਝਦੇ ਸੀਗੇ ਕਿ ਸਾਡੀ ਕੋਈ ਚੂੜਾ ਨਹੀਂ ਹਿਲਾ ਸਕਦਾ। ਇਹਨਾਂ ਬੀਜੇਪੀ ਵਾਲਿਆਂ ਨੂੰ ਆਪਾਂ ਨੂੰ ਪਤਾ ਹੈ ਕਿ ਇੰਨਾ ਹੰਕਾਰ ਸੀਗਾ ਕਿ ਇਹਨਾਂ ਨੇ ਸ਼ਹੀਨ ਬਾਗ ਵਰਗਾ ਜਿਹੜਾ ਮੋਰਚਾ ਸੀਗਾ ਉਹਨੂੰ ਖਤਮ ਕੀਤਾ,
370 ਦੀ ਧਾਰਾ ਲਾਗੂ ਕੀਤੀ, ਹੋਰ ਪਤਾ ਨਹੀਂ ਕਿਹੜੇ-ਕਿਹੜੇ ਕਾਲੇ ਕਾਨੂੰਨ ਇਹਨਾਂ ਨੇ ਲਾਗੂ ਕੀਤੇ ਔਰ ਇਹਨਾਂ ਨੂੰ ਇਹੀ ਲੱਗਦਾ ਸੀਗਾ ਕਿ ਅਸੀਂ ਪਹਿਲਾਂ ਵਾਂਗ ਹੀ ਕਿਸਾਨਾਂ ਨੂੰ ਵੀ ਏਦਾਂ ਹੀ ਦਬਾ ਲਾਂਗੇ। ਪਰ ਹੋਇਆ ਕੀ ਹੋਇਆ, ਬਿਲਕੁਲ ਉਲਟ। ਸਗੋਂ ਕਿਸਾਨਾਂ ਦੇ ਇਸ ਮੋਰਚੇ ਨੇ ਪੂਰੀ ਦੁਨੀਆ ਨੂੰ ਇੱਕ ਨਵਾਂ ਰਸਤਾ ਦਿਖਾਇਆ ਹੈ, ਇੱਕ ਨਵੀਂ ਚਿਣਗ ਦਿਖਾਈ ਹੈ। ਸੋ ਇਸ ਕਰਕੇ ਇਸ ਅੰਦੋਲਨ ਦਾ ਜਿਹੜਾ ਹੈਗਾ ਲਸ਼ਕਾਰਾ ਜਿਹੜਾ ਹੈਗਾ, ਇਹਦੀ ਲਸ਼ਕੋਰ ਜਿਹੜੀ ਹੈਗੀ ਹੈ ਪੂਰੀ ਦੁਨੀਆ ਦੇ ਵਿੱਚ ਦਿਖਾਈ ਦੇ ਰਹੀ ਹੈ। ਸੋ ਇਸ ਕਰਕੇ ਇਸ ਵੇਲੇ ਇਹ ਅੰਦੋਲਨ ਆਪਣੇ ਪੀਕ ਵੱਲ ਵਧ ਰਿਹਾ ਹੈ, ਪੜਾਅ ਦਰ ਪੜਾਅ, ਇੱਕ ਇੱਕ ਕਦਮ ਚੱਲਦਾ ਹੋਇਆ ਇਹ ਆਪਣੀ ਸਿਖਰ ਵੱਲ ਵਧੇਗਾ ਔਰ ਜਿਉਂ-ਜਿਉਂ ਸਿਖਰ ਵੱਲ ਵਧੇਗਾ ਤਿਉਂ-ਤਿਉਂ ਬੀਜੇਪੀ ਦਾ ਸਫਾਇਆ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ। ਭੰਗੂ ਸਾਹਿਬ, ਡਾਕਟਰ ਸਾਹਿਬ, ਕਿਸਾਨੀ ਅੰਦੋਲਨ ਹੈ ਜੋ ਇੱਕ ਤਾਂ 100 ਸਾਲ ਬਾਅਦ ਇਸ ਅੰਦੋਲਨ ਐਡਾ ਖੜਾ ਹੋਇਆ। ਵੈਸੇ ਬੁੱਧੀਜੀਵੀ ਕਹਿੰਦੇ ਆ ਕਿ ਵੀ ਸਦੀ ਦਾ ਸਭ ਤੋਂ ਇਹ ਵੱਡਾ ਅੰਦੋਲਨ ਹੈ, ਖਾਸ ਕਰਕੇ ਲੋਕਾਂ ਦੇ ਵਿੱਚ ਅਵੇਅਰਨੈਸ ਬਹੁਤ ਇੱਕ ਵੱਡੇ ਲੈਵਲ ਦੇ ਉੱਤੇ ਇਸ ਅੰਦੋਲਨ ਨੇ ਲੈ ਕੇ ਆਂਦੀ ਹੈ। ਤਾਂ ਜੋ ਫਿਰ ਸਿਆਸਤਾਂ ਕਦੋਂ ਚਾਹੁੰਦੀਆਂ ਨੇ ਕਿ ਲੋਕ ਜਾਗਰੂਕ ਹੋ ਜਾਣ, ਲੋਕਾਂ ਨੂੰ ਆਪਣੇ ਹੱਕਾਂ ਦਾ ਪਤਾ ਲੱਗ ਜੇ, ਤਾਂ ਇਸ ਕਿਸਾਨੀ ਅੰਦੋਲਨ ਦੀ ਅਹਿਮ ਭੂਮਿਕਾ ਕਿ ਲੋਕਾਂ ਨੂੰ ਆਪਣੇ ਹੱਕ ਦੱਸੇ ਨੇ ਕਿ ਤੁਹਾਡੇ ਹੱਕ ਕੀ ਨੇ, ਤੁਸੀਂ ਆਪਣੇ ਹੱਕ ਲੈਣੇ ਕਿਵੇਂ ਨੇ। ਕਿਸਾਨ ਅੰਦੋਲਨ 'ਚ ਜੋ ਸਪੀਚਾਂ ਹੁੰਦੀਆਂ ਨੇ ਉਹਨਾਂ ਨੇ ਜਾਗਰੂਕ ਕੀਤਾ। ਫਿਰ ਸਿਆਸਤਾਂ ਨੂੰ ਜਦੋਂ ਇਹ ਅੰਦੋਲਨ ਅੱਜ ਨਕਾਰ ਰਿਹਾ, ਅੱਜ ਵੀ ਦਵਿੰਦਰ ਘੁਬਾਇਆ ਦਾ ਵਿਰੋਧ ਹੋਇਆ, MLA ਨੇ ਉਹ, ਜਦੋਂ ਸਿਆਸਤਾਂ ਨੂੰ ਇਹ ਅੰਦੋਲਨ ਨਕਾਰ ਰਿਹਾ, ਸਿਆਸਤਾਂ ਦਾ ਬਾਈਕਾਟ ਕਰ ਰਿਹਾ, ਤਾਂ ਫਿਰ ਚਾਹੇ ਪੰਜਾਬ ਦੀ ਸਿਆਸਤ ਹੋਵੇ ਜਾਂ ਫਿਰ ਸਿਆਸਤ ਹੋਵੇ, ਕੇਂਦਰੀ ਸਿਆਸਤ ਹੋਵੇ, ਪਰ ਹਜਮ ਨਹੀਂ ਹੁੰਦਾ ਹੈਗਾ ਉਹਨਾਂ ਨੂੰ ਇਹ ਅੰਦੋਲਨ, ਭਾਵੇਂ ਬੇਸ਼ੱਕ ਸਰਕਾਰਾਂ ਕਹੀ ਜਾਣ ਕਿ ਅਸੀਂ ਨਾਲ ਹੀ ਹਾਂ। ਭੰਗੂ ਸਾਹਿਬ ਦੇਖੋ, ਸਰਕਾਰਾਂ ਨੇ ਹੁਣ ਤੱਕ ਕਿਸਾਨਾਂ ਨੂੰ ਦਬਾਉਣ ਦੀ, ਲੁੱਟਣ ਦੀ, ਕੁੱਟਣ ਦੀ ਕੋਸ਼ਿਸ਼ ਕੀਤੀ ਹੈ। ਜੇ ਅੱਜ ਕਿਸਾਨ ਦੇ ਉੱਤੇ ਆਪਾਂ ਜੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਅੱਜ 1 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਔਰ ਜਦੋਂ ਅਸੀਂ ਖੁਦਕੁਸ਼ੀਆਂ ਦੀ ਗੱਲ ਕਰਦੇ ਹਾਂ ਤਾਂ ਪਿਛਲੇ 20 ਸਾਲਾਂ ਦੇ ਵਿੱਚ ਪੂਰੇ ਭਾਰਤ ਦੇ ਵਿੱਚ 3 ਲੱਖ ਕਿਸਾਨਾਂ ਨੇ ਜਿਹੜਾ ਹੈਗਾ ਖੁਦਕੁਸ਼ੀਆਂ ਕੀਤੀਆਂ ਨੇ। ਸੋ ਪੰਜਾਬ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਲਗਾਤਾਰ ਪੰਜਾਬ ਦਾ ਕਿਸਾਨ ਜਿਹੜਾ ਹੈਗਾ ਕਰਜ਼ਈ ਹੋਣ ਕਰਕੇ ਖੁਦਕੁਸ਼ੀਆਂ ਕਰ ਰਿਹਾ ਹੈ। ਸੋ ਕਹਿਣ ਦਾ ਮਤਲਬ ਹੈ ਕਿ ਇੱਕ ਪਾਸੇ ਤਾਂ ਕਿਸਾਨ ਦੀ ਜੋ ਮਾੜੀ ਹਾਲਤ ਹੈ ਉਹਦੇ ਲਈ ਸਾਡੀਆਂ ਜਿਹੜੀਆਂ ਇਹ ਪੋਲੀਟੀਕਲ ਪਾਰਟੀਆਂ ਨੇ ਹੁਣ ਤੱਕ ਜਿਨ੍ਹਾਂ ਦੀ ਸੱਤਾ ਰਹੀ ਹੈ, ਜਿਨ੍ਹਾਂ ਦੀ ਹੁਣ ਤੱਕ ਸਰਕਾਰਾਂ ਰਹੀਆਂ ਨੇ, ਜਿਹੜੀਆਂ ਵੀ ਪਾਰਟੀਆਂ ਦੀਆਂ, ਉਹ ਜ਼ਿੰਮੇਵਾਰ ਨੇ। ਔਰ ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਜਿਹੜੇ ਨਵੇਂ ਕਾਲੇ ਕਾਨੂੰਨ ਜਿਹੜੇ ਬਣਾਏ ਗਏ ਨੇ ਉਹਨਾਂ ਦੇ ਪਿੱਛੇ ਵੀ ਪੋਲੀਟੀਕਲ ਪਾਰਟੀਆਂ ਦਾ ਜਿਹੜਾ ਹੈਗਾ ਉਹ ਹਿੱਸੇਦਾਰੀ ਰਹੀ ਹੈ। ਔਰ ਉਹਦੇ ਵਿੱਚ ਬੀਜੇਪੀ ਔਰ ਅਕਾਲੀ ਦਲ, ਆਪਾਂ ਨੂੰ ਪਤਾ ਹੈ ਕਿ ਜਦੋਂ ਇਹ ਕਾਲੇ ਕਾਨੂੰਨ ਲਾਗੂ ਕੀਤੇ ਜਾ ਰਹੇ ਸੀਗੇ ਉਹਦੇ ਵਿੱਚ ਵੀ ਇਹ ਦੋਨੋਂ ਪਾਰਟੀਆਂ ਨੇ ਮਿਲ ਕੇ ਜਿਨ੍ਹਾਂ ਦੇ ਸਾਈਨ ਹੋਏ ਨੇ ਬਕਾਇਦਾ ਤੌਰ ਤੇ। ਸੋ ਇਸ ਕਰਕੇ ਇਹ ਸਾਰੀਆਂ ਧਿਰਾਂ ਜ਼ਿੰਮੇਵਾਰ ਨੇ। ਪਰ ਇਸ ਵੇਲੇ ਪੰਜਾਬ ਦੇ ਨਹੀਂ, ਪੂਰੇ ਭਾਰਤ ਦੇ ਲੋਕ ਇਸ ਗੱਲ ਨੂੰ ਸਮਝ ਰਹੇ ਨੇ ਔਰ ਉਹ ਇਹਨਾਂ ਕਾਲੇ ਕਾਨੂੰਨਾਂ ਦੇ ਰਾਹੀਂ ਚੇਤਨਾ ਦੇ ਇਸ ਪੱਧਰ ਤੱਕ ਪਹੁੰਚ ਚੁੱਕੇ ਨੇ ਕਿ ਉਹਨਾਂ ਨੂੰ ਹੁਣ ਜਿਹੜਾ ਹੈਗਾ ਗਲਤ ਔਰ ਠੀਕ ਦਾ ਪਤਾ ਲੱਗ ਚੁੱਕਿਆ ਹੈ ਕਿ ਕਿਹੜੇ ਲੋਕ ਗਲਤ ਨੇ, ਕਿਹੜੇ ਲੋਕ ਠੀਕ ਨੇ। ਇਸ ਕਰਕੇ ਪਹਿਲਾਂ ਉਹਨਾਂ ਨੂੰ ਮੌਕਾ ਨਹੀਂ ਸੀ ਮਿਲਦਾ, ਪਹਿਲਾਂ ਇਹਨਾਂ ਦਬਾਇਆ ਜਾਂਦਾ ਸੀਗਾ ਕਿ ਇਹਨਾਂ ਨੂੰ ਲੱਗਦਾ ਸੀਗਾ ਕਿ ਬੀਜੇਪੀ ਵਾਲੇ ਦਬਾ ਲੈਂਦੇ ਸੀਗੇ ਜਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਜਦੋਂ ਕੋਈ ਸਵਾਲ ਚੁੱਕਦਾ ਸੀਗਾ ਕਿ ਤਾਂ ਉਹਨਾਂ ਨੂੰ ਕੱਲਮ ਕੱਲੇ ਨੂੰ ਦਬਾ ਲਿਆ ਜਾਂਦਾ ਸੀਗਾ। ਹੁਣ ਜਦੋਂ ਏਕਤਾ ਦੇ ਰਾਹੀਂ ਔਰ ਸੰਘਰਸ਼ਾਂ ਦੇ ਰਾਹੀਂ ਲੋਕ ਬਾਹਰ ਆ ਰਹੇ ਨੇ, ਲੋਕ ਘਰਾਂ ਤੋਂ ਨਿਕਲ ਰਹੇ ਨੇ, ਸੜਕਾਂ ਤੇ ਬੈਠੇ ਨੇ, ਤਾਂ ਲੋਕ ਇਸ ਵੇਲੇ ਆਪਸ ਦੇ ਵਿੱਚ ਗੱਲਾਂ ਕਰਦੇ ਨੇ। ਔਰ ਗੱਲਾਂ ਕੀ ਹੁੰਦੀਆਂ ਨੇ? ਗੱਲਾਂ ਇਹਨਾਂ ਸਿਆਸੀ ਪਾਰਟੀਆਂ ਦੇ ਜਿਹੜੇ ਨੁਮਾਇੰਦਿਆਂ ਦੇ, ਜਿਹੜੇ ਜਿਨ੍ਹਾਂ ਨੇ ਹੁਣ ਤੱਕ ਲੋਕਾਂ ਨੂੰ ਲੁੱਟਿਆ ਕੁੱਟਿਆ ਹੈ, ਕਿਸਾਨਾਂ ਨੂੰ, ਉਹਨਾਂ ਦੇ ਬਾਰੇ ਗੱਲਾਂ ਹੁੰਦੀਆਂ ਨੇ। ਸੋ ਇਹੀ ਕਾਰਨ ਹੈ ਕਿ ਵੱਡੇ ਵੱਡੇ ਸਵਾਲ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਪੁੱਛੇ ਜਾ ਰਹੇ ਨੇ, ਚਾਹੇ ਕੋਈ ਵੀ ਪਾਰਟੀ ਹੈ। ਇਹਦੇ ਵਿੱਚ ਮੈਂ ਇੱਕ ਪਾਰਟੀ ਦੀ ਗੱਲ ਨਹੀਂ ਕਰ ਰਿਹਾ, ਇਹਦੇ ਵਿੱਚ ਚਾਹੇ ਬੀਜੇਪੀ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਅਕਾਲੀ ਦਲ ਹੋਵੇ, ਚਾਹੇ ਆਪ ਵਾਲੇ ਹੋਣ, ਜੋ ਵੀ ਪਾਰਟੀਆਂ ਦੇ ਨੁਮਾਇੰਦੇ ਉਹ ਆਉਂਦੇ ਨੇ, ਉਹਨਾਂ ਦੇ ਨਾਲ ਉਹ ਗੱਲਬਾਤ ਕਰਦੇ ਨੇ, ਉਹਨਾਂ ਤੋਂ ਸਵਾਲ ਪੁੱਛਦੇ ਨੇ। ਸੋ ਇੱਥੋਂ ਕੀ ਪਤਾ ਲੱਗਦਾ ਹੈ? ਇੱਥੋਂ ਹੀ ਪਤਾ ਲੱਗਦਾ ਹੈ ਕਿ ਪੰਜਾਬ ਔਰ ਪੂਰੇ ਭਾਰਤ ਦੇ ਲੋਕ ਚੇਤਨ ਹੋ ਚੁੱਕੇ ਨੇ ਔਰ ਇਸੇ ਕਰਕੇ ਉਹ 3 ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣਾ ਚਾਹੁੰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ 3 ਕਾਲੇ ਕਾਨੂੰਨ ਲਾਗੂ ਹੁੰਦੇ ਨੇ ਤਾਂ ਲਾਜ਼ਮੀ ਤੌਰ ਤੇ ਉਹ ਜਿਹੜਾ ਕਿਸਾਨ ਹੈ, ਖਾਸ ਤੌਰ ਤੇ ਛੋਟਾ ਕਿਸਾਨ ਜਾਂ ਮਧਲਾ ਕਿਸਾਨ ਜਿਹੜਾ ਹੈਗਾ ਉਹ ਮਜ਼ਦੂਰ ਬਣੇਗਾ ਔਰ ਉਹਦੀ ਜਿਹੜੀ ਫਸਲ ਦੇ ਉੱਤੇ ਆਪਣਾ ਜਿਹੜਾ ਹੈਗਾ ਉਹ ਕਬਜ਼ਾ ਨਹੀਂ ਹੋਏਗਾ, ਸਗੋਂ ਉਹਦੀ ਫਸਲ ਵੀ ਜਿਹੜੀ ਨੇ ਕਾਰਪੋਰੇਟ ਦੇ ਜਿਹੜੇ ਘਰਾਣੇ ਨੇ ਉਹ ਲੁੱਟ ਕੇ ਉਹ ਲੈ ਸਕਦੇ ਨੇ। ਸੋ ਇਹਦਾ ਨਤੀਜਾ ਕੀ ਨਿਕਲਣਾ ਹੈ ਕਿ ਜਿਹੜਾ ਹੈਗਾ ਆਪ ਜਿਹੜਾ ਕਿਸਾਨ ਹੈ ਉਹ ਕਰਜ਼ਈ ਹੋ ਕੇ ਮਜ਼ਦੂਰ ਬਣਨ ਲਈ ਮਜਬੂਰ ਹੋ ਜਾਏਗਾ। ਸੋ ਉਸ ਤੋਂ ਖਹਿੜਾ ਛਡਾਉਣ ਦੇ ਲਈ ਨਵਾਂ MSP ਵਾਲਾ ਕਾਨੂੰਨ ਜਿਹੜਾ ਹੈਗਾ ਉਹ ਲਾਗੂ ਕਰਨਾ ਚਾਹੀਦਾ, ਕਿਉਂਕਿ ਜਿਹੜੀਆਂ ਸਰਕਾਰਾਂ ਕਹਿ ਰਹੀਆਂ ਨੇ ਕਿ ਅਸੀਂ ਤਾਂ ਕਾਨੂੰਨ ਦੇ ਵਿੱਚ ਕੋਈ ਜਿਹੜੀ ਹੈ ਤਰਮੀਮ ਨਹੀਂ ਕੀਤੀ,
ਇਸ ਵਾਰੀ ਇਸ ਕਰਕੇ ਇਹ ਸਵਾਲ ਬਹੁਤ ਵੱਡਾ ਸਵਾਲ ਹੈ ਕਿ MSP ਜਿਹੜੀ ਮਿਲਦੀ ਹੈ ਉਹ ਕੱਲੇ ਪੰਜਾਬ ਜਾਂ ਹਰਿਆਣੇ ਦੀਆਂ ਕੁਝ ਹਿੱਸੇ ਦੇ ਯੂਪੀ ਦੇ ਵਿੱਚ ਮਿਲਦੀ ਹੈ, ਪਰ ਉਹ ਪੂਰੇ ਭਾਰਤ ਦੇ ਵਿੱਚ ਇੱਕੋ ਹੀ ਤਰ੍ਹਾਂ MSP ਕਿਉਂ ਨਹੀਂ ਲਾਗੂ ਹੁੰਦੀ? ਇਹ ਵੀ ਬਹੁਤ ਵੱਡੇ ਸਵਾਲ ਕਿਸਾਨਾਂ ਦੇ ਸਾਹਮਣੇ ਨੇ। ਸੋ ਇਸ ਨੂੰ MSP ਨੂੰ ਪੂਰੇ ਭਾਰਤ ਦੇ ਵਿੱਚ ਲਾਗੂ ਕਰਾਉਣ ਦੇ ਲਈ ਵੀ ਇਹ ਕਾਨੂੰਨ ਜਿਹੜੇ ਨੇ ਇਹ ਹੋਣਾ ਚਾਹੀਦਾ। ਸੋ ਉਸ ਦੇ ਲਈ ਵੀ ਕਿਸਾਨ ਲੜ ਰਹੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਕਿਸਾਨ ਔਰ ਆਮ ਲੋਕ ਜਿਹੜੇ ਨੇ ਇਸ ਅੰਦੋਲਨ ਨੇ ਚੇਤੰਨ ਕੀਤੇ ਨੇ, ਸਵਾਲ ਪੁੱਛਣ ਲਾਏ ਨੇ, ਜਿਹਦਾ ਨਤੀਜਾ ਆਪਾਂ ਦੇਖ ਰਹੇ ਹਾਂ ਕਿ ਪੋਲੀਟੀਕਲ ਪਾਰਟੀਆਂ ਅੱਜ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹ ਬੈਕਫੁੱਟ ਤੇ ਚਲੀਆਂ ਗਈਆਂ ਨੇ ਔਰ ਆਮ ਲੋਕ ਜਿਹੜੇ ਨੇ ਉਹ ਅੱਗੇ ਆ ਰਹੇ ਨੇ ਸਵਾਲ ਪੁੱਛ ਕੇ। ਇਹ ਇੱਕ ਵਧੀਆ, ਮੈਨੂੰ ਲੱਗਦਾ ਹੈ ਕਿ ਬਹੁਤ ਹੀ ਚੰਗਾ ਸ਼ਗਨ ਕਹਿ ਸਕਦੇ ਆ ਭੰਗੂ ਸਾਹਿਬ। ਡਾਕਟਰ ਸਾਹਿਬ, ਮੇਰਾ ਇੱਕ ਆਖਰੀ ਸਵਾਲ ਕਿ ਸੰਯੁਕਤ ਕਿਸਾਨ ਮੋਰਚੇ ਨੇ ਵੱਡੇ ਪ੍ਰੋਗਰਾਮ ਦਿੱਤੇ, ਬੀਜੇਪੀ 'ਚ ਡਰ ਦਾ ਮਾਹੌਲ ਹੈ, ਬੀਜੇਪੀ 'ਚ ਸਹਿਮ ਦਾ ਮਾਹੌਲ ਹੈ ਕਿਸਾਨ ਅੰਦੋਲਨ ਨੂੰ ਲੈ ਕੇ। ਇਸੇ ਕਰਕੇ ਜੋ ਉੱਥੇ ਆਪਣਾ ਮੰਤਰੀ ਦਾ ਮੁੰਡਾ ਸੀ ਆਸ਼ੀਸ਼, ਉਸਨੇ ਵੀ ਸਰੈਂਡਰ ਕੀਤਾ। ਕਿਤੇ ਨਾ ਕਿਤੇ ਇਹ ਗੱਲ ਤਾਂ ਪ੍ਰਤੱਖ ਹੈ ਕਿ ਬੀਜੇਪੀ ਸਰਕਾਰ ਆਪਣੇ ਆਪ ਨੂੰ ਲੱਖ ਦਿਖਾਈ ਜਾਵੇ, ਸਾਨੂੰ ਕਿਸਾਨਾਂ ਦੇ ਅੰਦੋਲਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਅਸਲ ਦੇ ਵਿੱਚ ਗੱਲ ਤਾਂ ਇਹ ਹੈ ਕਿ ਬੀਜੇਪੀ ਸਰਕਾਰ ਵੀ ਅੰਦਰੋਂ ਡਰੀ ਹੋਈ ਹੈ। ਬਿਲਕੁਲ, ਮੈਂ ਇਹੀ ਕਹਿ ਰਿਹਾ ਕਿ ਬੀਜੇਪੀ ਸਰਕਾਰ ਸਿਰਫ ਡਰੀ ਨਹੀਂ ਹੋਈ, ਸਗੋਂ ਬੈਕਫੁੱਟ ਤੇ ਚਲੀ ਗਈ ਹੈ। ਹੁਣ ਤੁਸੀਂ ਇਹਨਾਂ ਦੀ ਆਵਾਜ਼ ਦੇ ਵਿੱਚ ਸੁਣੀ, ਤੁਸੀਂ ਦੇਖਿਆ ਹੋਵੇਗਾ, ਚਾਹੇ ਖੱਟਰ ਸਾਹਿਬ ਦੀ ਆਵਾਜ਼ ਦੇਖ ਲਓ ਔਰ ਕੁਝ ਦਿਨ ਪਹਿਲਾਂ ਉਹ ਬਹੁਤ ਭਬਕੀਆਂ ਮਾਰਦੇ ਦੀ ਗਿੱਦੜ ਭਬਕੀਆਂ ਦੇਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਇਸੇ ਤਰ੍ਹਾਂ ਯੂਪੀ ਦੀ ਜਿਹੜੀ, ਚਾਹੇ ਯੋਗੀ ਜੀ ਹੋਣ, ਚਾਹੇ ਉੱਥੋਂ ਦੇ ਹੋਰ ਜਿਹੜੇ ਨੇ ਮੰਤਰੀ ਹੋਣ ਵੱਡੇ, ਉਹ ਬਹੁਤ ਵੱਡੀਆਂ ਗਿੱਦੜ ਭਬਕੀਆਂ ਕਿਸਾਨਾਂ ਨੂੰ ਦੇ ਰਹੇ ਸੀਗੇ। ਕਿਸਾਨਾਂ ਨੇ ਇਹ ਕਰਤਾ, ਫਲਾਣਿਆਂ ਨੇ ਇਹ ਕਰਤਾ। ਯਾਨੀ ਕਿ ਅੱਜ ਕੀ ਹੋ ਰਿਹਾ? ਅੱਜ ਬਿਲਕੁਲ ਉਹ ਬੈਕਫੁੱਟ ਤੇ ਚਲੀਆਂ ਗਈਆਂ ਨੇ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਸੱਚਾਈ ਸਾਰੀ ਸਾਹਮਣੇ ਆ ਚੁੱਕੀ ਹੈ, ਲੋਕ ਉਹਨਾਂ ਨੂੰ ਨਫ਼ਰਤ ਕਰਨ ਲੱਗ ਚੁੱਕੇ ਨੇ। ਸੋ ਇਸ ਕਰਕੇ ਤੁਸੀਂ ਦੇਖੋਗੇ ਕਿ ਬੀਜੇਪੀ ਅੰਦਰੋਂ ਜਿਹੜੀ ਹੈਗੀ ਆ ਉਹਨੂੰ ਪਤਾ ਲੱਗ ਚੁੱਕਿਆ ਹੈ ਕਿ ਸਾਡਾ ਸਫਾਇਆ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ, ਖਾਸ ਤੌਰ ਤੇ 22 ਦੀਆਂ ਚੋਣਾਂ ਦੇ ਵਿੱਚ ਪੱਕਾ ਹੋਣਾ ਹੀ ਹੋਣਾ ਹੈ। ਇਹਨੂੰ ਕੋਈ ਵੀ ਤਾਕਤ ਜਿਹੜੀ ਹੈਗੀ ਬਚਾ ਨਹੀਂ ਸਕਦੀ। ਸੋ ਇਸ ਕਰਕੇ ਬੀਜੇਪੀ ਦਾ ਸਫਾਇਆ ਹੋਣਾ, ਇਹ ਮੈਨੂੰ ਲੱਗਦਾ ਕਿ ਭਾਰਤੀ ਲੋਕਤੰਤਰ ਦੇ ਲਈ ਬਹੁਤ ਹੀ ਇੱਕ ਸ਼ੁਭ ਸ਼ਗਨ ਕਹਿ ਸਕਦੇ ਹਾਂ, ਕਿਉਂਕਿ ਇਹਨਾਂ ਨੇ, ਬੀਜੇਪੀ ਵਾਲਿਆਂ ਨੇ ਸਾਡੇ ਸੰਵਿਧਾਨ ਨੂੰ, ਸਾਡੀ ਜਿਹੜੀ ਕਾਨੂੰਨ ਨੂੰ ਛਿੱਕੇ ਤੇ ਟੰਗ ਕੇ ਇਹ ਜਿਹੜੇ ਕਾਨੂੰਨ ਲਿਆਂਦੇ ਸੀਗੇ। ਔਰ ਇਸ ਕਰਕੇ ਜਿੰਨੀਆਂ ਵੀ ਘਟਨਾਵਾਂ ਅਸੀਂ ਪਿਛਲੇ 1 ਸਾਲ ਤੋਂ ਵਾਪਰੀਆਂ ਨੇ, ਚਾਹੇ ਉਹ ਪੰਜਾਬ ਦੇ ਵਿੱਚ ਵਾਪਰੀਆਂ ਹੋਣ, ਚਾਹੇ ਹਰਿਆਣੇ ਦੇ ਵਿੱਚ ਵਾਪਰੀਆਂ ਹੋਣ, ਚਾਹੇ ਯੂਪੀ ਦੇ ਵਿੱਚ ਵਾਪਰੀਆਂ ਹੋਣ, ਚਾਹੇ ਕਿਤੇ ਵੀ ਕਿਸੇ ਵੀ ਸਟੇਟ ਦੇ ਨਾਲ ਸੰਬੰਧਿਤ ਉਹ ਘਟਨਾਵਾਂ ਵਾਪਰੀਆਂ ਹੋਣ, ਇਹਨਾਂ ਨੇ ਹਮੇਸ਼ਾ ਹੀ ਜਿਹੜਾ ਹੈਗਾ ਕਿਸਾਨਾਂ ਨੂੰ ਲੁੱਟਣ ਔਰ ਕੁੱਟਣ ਦਾ ਕੰਮ ਕੀਤਾ ਹੈ। ਸੋ ਇਸ ਕਰਕੇ ਹੁਣ ਜਿਹੜਾ ਕਿਸਾਨ ਹੈ, ਹੁਣ ਕਿਸਾਨ ਚੇਤਨ ਹੋ ਚੁੱਕਿਆ ਹੈ। ਹੁਣ ਕਿਸਾਨ ਜਿਹੜਾ ਹੈਗਾ ਉਹ ਇਹਨਾਂ ਤੋਂ, ਇਹਨਾਂ ਦੀ ਲੱਤ ਜਿਹੜੀ ਹੈ ਉੱਪਰ ਆ ਚੁੱਕੀ ਹੈ। ਔਰ ਇਸ ਕਰਕੇ ਤੁਸੀਂ ਦੇਖੋਗੇ ਕਿ ਕਿਸਾਨ ਜਿਹੜਾ ਹੈਗਾ ਉਹਦੇ ਮੁਤਾਬਕ ਹੀ ਸਰਕਾਰਾਂ ਬਣਨੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ। ਜੋ ਕਿਸਾਨ ਚਾਹੇਗਾ, ਜੋ ਆਮ ਲੋਕ ਚਾਹਣਗੇ, ਉਹ ਕਿੱਧਰ ਜਾਣਗੇ ਇਹ ਹੁਣ ਸਮਾਂ ਦੱਸੇਗਾ। ਪਰ ਘੱਟੋ ਘੱਟ ਇੱਕ ਗੱਲ ਕਲੀਅਰ ਹੈ ਕਿ ਉਹ ਇਹ ਜਿਹੜੇ ਆਮ ਲੋਕ ਨੇ, ਚਾਹੇ ਕਿਸਾਨ ਨੇ, ਚਾਹੇ ਵਪਾਰੀ ਨੇ, ਚਾਹੇ ਦੂਸਰੇ ਲੋਕ ਨੇ, ਉਹ ਘੱਟੋ ਘੱਟ ਬੀਜੇਪੀ ਨੂੰ ਵੋਟਾਂ ਨਹੀਂ ਪਾਉਣਗੇ। ਇਹ ਗੱਲ ਬਿਲਕੁਲ ਸਪਸ਼ਟ ਹੋ ਚੁੱਕੀ ਹੈ ਭੰਗੂ ਸਾਹਿਬ। ਬਿਲਕੁਲ, ਜੋ ਤੁਸੀਂ ਗੱਲਾਂ ਕੀਤੀਆਂ ਕਿ ਕਿਸਾਨੀ ਅੰਦੋਲਨ ਦੇ ਲੋਕ ਨਾਲ ਜੋ ਜੁੜੇ ਹੋਏ ਨੇ। ਦੂਜਾ, ਜੋ ਬੀਜੇਪੀ ਸਰਕਾਰ ਦੀ ਪਹਿਲਾਂ ਪੰਜਾਬ ਦੇ ਵਿੱਚ ਹਾਲਤ ਬਿਹਤਰੀ ਸੀ ਬੀਜੇਪੀ ਸਰਕਾਰ ਦੀ, ਤੇ ਅੱਜ ਬੀਜੇਪੀ ਸਰਕਾਰ ਦੀ ਜੋ ਸਥਿਤੀ ਬਣੀ ਹੋਈ ਹੈ ਦੇਸ਼ ਦੇ ਵਿੱਚ, ਬੀਜੇਪੀ ਸਰਕਾਰ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਬੈਕ ਫੁੱਟ ਦੇ ਉੱਤੇ ਬੀਜੇਪੀ ਸਰਕਾਰ ਚਲੀ ਗਈ ਹੈ, ਕਿਉਂਕਿ ਕਿਸਾਨੀ ਮਸਲੇ ਦਾ ਕੋਈ ਹੱਲ ਕਰਨ ਦੇ ਲਈ ਬੀਜੇਪੀ ਸਰਕਾਰ ਤਿਆਰ ਨਹੀਂ ਹੈ। ਬਿਲਕੁਲ, ਜੋ ਗੱਲਾਂ ਕੀਤੀਆਂ ਤੁਹਾਡੀਆਂ ਬਿਲਕੁਲ ਸਹੀ ਨੇ। ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਲੋਕ ਰਾਣਾ ਤੇ ਜੁੜਨ ਦੇ ਲਈ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਭੰਗੂ ਸਾਹਿਬ। ਦਰਸ਼ਕੋ, ਸਾਡੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ। ਗੱਲ ਸੀ ਕਿ ਕਿਸਾਨੀ ਅੰਦੋਲਨ ਦੀ ਲਖੀਮਪੁਰ ਦੇ ਵਿੱਚ ਜੋ ਵਾਪਰਿਆ, ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਜੋ ਵੱਡੀਆਂ ਕੌਲਾਂ ਦਿੱਤੀਆਂ, ਉਹਨਾਂ ਕੌਲਾਂ ਤੇ ਚਰਚਾ ਕੀਤੀ ਕਿ ਕਿਵੇਂ ਪ੍ਰਭਾਵਿਤ ਜੋ ਕਿਸਾਨਾਂ ਦੇ ਪ੍ਰੋਗਰਾਮ ਨੇ ਕਿਵੇਂ ਪ੍ਰਭਾਵਿਤ ਕਰਨਗੇ ਇਹ ਬੀਜੇਪੀ ਸਰਕਾਰ ਦੀ ਜੋ ਪੋਲੀਟੀਕਲ ਸਟ੍ਰੈਟਜੀ ਹੈ ਉਸ ਨੂੰ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਤੇ। ਧੰਨਵਾਦ।